ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਸਤਿ ਸ਼੍ਰੀ ਅਕਾਲ ਜੀ ਰਮਣੀ ਕੌਰ ਜੀ, ਕੀ ਹਾਲੇ ਚਾਲੇ ਨੇ? ਬਹੁਤ ਵਧੀਆ ਜੀ। ਹਾਂਜੀ, ਮੈਂ ਹਾਲੇ ਤੁਹਾਡੇ ਨਾਲ ਗੱਲ ਨਹੀਂ ਕਰ ਸਕਦਾ। ਕਿਉਂ ਜੀ? ਮੈਂ ਕਿਸੇ ਬਹੁਤ ਡੂੰਘੀ ਰਿਸਰਚ ਤੇ ਚੱਲ ਰਿਹਾ। ਅੱਛਾ ਜੀ। ਹਾਂਜੀ। ਇਹ ਫੋਨ ਦੇ ਵਿੱਚ ਕੀ ਰਿਸਰਚਾਂ ਹੋ ਰਹੀਆਂ ਨੇ ਜੀ? ਕੁਛ ਤੇ ਮੈਂ ਪੁਰਾਣੀਆਂ ਆਪਣੀਆਂ ਸਹੇਲੀਆਂ ਦੀਆਂ ਫੋਟੋਆਂ ਦੇਖ ਰਿਹਾ ਤੇ ਕੁਛ ਮੈਂ ਰਿਪੋਰਟਾਂ ਦੇਖ ਰਿਹਾ। ਕਾਹਦੀਆਂ ਜੀ? ਰਿਪੋਰਟਾਂ ਕਈਆਂ ਨੂੰ ਕੋਈ ਦੁੱਖ ਤਕਲੀਫ ਹੁੰਦਾ ਤੇ ਫਿਰ ਮੈਨੂੰ ਆਪਣਾ ਦੁੱਖ ਲਿਖ ਕੇ ਭੇਜ ਦਿੰਦਾ, ਤਾਂ ਫਿਰ ਮੈਂ ਉਹਨਾਂ ਦਾ ਇਲਾਜ ਕਰਦਾ ਵਾ। ਹੈ? ਹਾਂਜੀ। ਇਹ ਕੰਮ ਕਦੋਂ ਤੋਂ ਫੜਿਆ ਜੀ? ਉਹ ਤੇਰਾ ਭਲਾ ਹੋ ਜੇ, ਯੂ ਡੋਂਟ ਨੋ? ਨੋ। ਓਏ ਆਈ ਐਮ ਬਹੁਤ ਚੰਗਾ ਡਾਕਟਰ। ਹੈ? ਹਾਂਜੀ। ਅੱਛਾ। ਵਿਦਆਊਟ ਡਿਗਰੀ ਆਈ ਐਮ ਅ ਵੈਰੀ ਗੁੱਡ ਡਾਕਟਰ। ਅੱਛਾ। ਹਾਂਜੀ। ਓਹੋ, ਚਲੋ ਫਿਰ ਇਹੋ ਜਿਹੇ ਡਾਕਟਰ ਦੀ ਗੱਲ ਤੇ ਕਰਨੀ, ਗੱਲ ਸੁਣਨੀ ਬਣਦੀ ਆ। ਬਣਦੀ ਤੁਹਾਨੂੰ ਸੁਣਨੀ ਪੈਣੀ ਹੈ ਜੀ, ਨਹੀਂ ਤਾਂ ਮੈਂ ਤੁਹਾਡੇ ਕੰਨਾਂ ਦਾ ਆਪਰੇਸ਼ਨ ਕਰ ਮਾਰਨਾ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਹੈ ਜੀ, ਤੇ ਕਰਦਾ ਹੈ ਨਾਸਾਂ ਤੇ ਦੋ ਮਾਰਾਂ। ਮਾਰ ਲਓ ਜਾਂ ਨਾਸਾਂ ਹੀ ਕੰਧ 'ਚ ਮਾਰੋ। ਅੱਛਾ, ਮੈਂ ਨਹੀਂ, ਤੁਹਾਡੇ ਕਿਹਾ ਵਾ। ਉਹ ਨਹੀਂ, ਮੈਂ ਕਿਹਾ ਸ਼ਾਇਦ ਤੁਹਾਡੀਆਂ ਨਾਸਾਂ ਜਿਹੜੀਆਂ ਨਾ ਬਹੁਤ ਉੱਚੀਆਂ ਹੋ ਗਈਆਂ ਤੇ ਇਸ ਕਰਕੇ, ਕਿਉਂਕਿ ਹੁਣ ਜੇ ਇਸ ਨੱਕ ਤੇ ਮੱਖੀ ਨੇ ਵੀ ਬਹਿਣਾ ਹੋਵੇ ਉਹਨੂੰ ਵੀ ਪੌੜੀ ਲੈਣੀ ਪੈਣੀ 10 ਡੰਡਿਆਂ ਵਾਲੀ। ਕਿਉਂ? ਕਹਿੰਦੇ ਨੇ ਨੱਕ ਤੇ ਮੱਖੀ ਬਹਿ ਗਈ, ਨਾਤੀ ਧੋਤੀ ਰਹਿ ਗਈ, ਤੇ ਫਿਰ ਉਹ ਤੁਹਾਡੇ ਤੇ ਖਾਣ ਟੁਕਣੀ ਨਹੀਂ ਨਾ ਜੇ ਤੁਹਾਡੀ ਨਾਸਾਂ ਬਹੁਤ ਉੱਚੀਆਂ ਹੋ ਗਈਆਂ ਤਾਂ। ਅੱਛਾ। ਹਾਂ, ਸੋ ਇਸ ਕਰਕੇ ਆਪਣੀ ਨਾਸ ਜਿਹੜੀ ਹੈ ਨਾ ਇਹਨੂੰ ਨੀਵੀਂ ਰੱਖੋ। ਓਹੋ, ਵੈਸੇ ਆਪਾਂ ਕਿਹੜਾ ਕੰਮ ਸ਼ੁਰੂ ਕਰ ਲਿਆ ਵਾ? ਆਪਾਂ ਸਾਡਾ ਖਾਨਦਾਨੀ ਪੇਸ਼ਾ ਓ ਡਾਕਟਰੀ ਹਿਕਮਤ। ਡਾਕਟਰੀ ਹਿਕਮਤ। ਹਾਂਜੀ। ਅੱਛਾ। ਅਸੀਂ ਤਾਂ ਨਬਜ਼ ਦੇਖ ਕੇ ਇਹ ਦੱਸ ਦਈਦਾ ਬੰਦਾ ਜਿਉਂਦਾ ਜਾਂ ਮਰਦਾ। ਓ ਅੱਛਾ, ਫਿਰ ਤੇ ਤੁਹਾਨੂੰ ਬਹੁਤ ਹੀ ਜ਼ਿਆਦਾ ਕੰਮ ਹੋਣਾ, ਤੁਸੀਂ ਤਾਂ ਬੜੇ ਬਿਜ਼ੀ ਹੋਣੇ ਹੋ ਕਰੋਨੇ ਦੇ ਵਿੱਚ। ਬਹੁਤ ਜ਼ਿਆਦਾ ਬਿਜ਼ੀ। ਕਰੋਨਾ ਦੇ ਵਿੱਚ ਤਾਂ ਖੈਰ ਮੈਂ ਕੋਈ ਨਹੀਂ ਬਿਜ਼ੀ ਰਿਹਾ, ਪਰ ਮੈਂ ਹੁਣ ਬਹੁਤ ਜ਼ਿਆਦਾ ਬਿਜ਼ੀ ਹਾਂ। ਅੱਛਾ। ਹਾਂ, ਮੈਂ ਇੱਕ ਦਵਾਈ ਇਜਾਦ ਕਰ ਰਿਹਾ। ਅੱਛਾ। ਦਵਾਈ ਮੇਰੀ ਦਵਾਈ ਬਹੁਤ ਵੱਡੇ ਪੱਧਰ ਤੇ ਆਉਣੀ ਹੈ। ਹਾਂਜੀ। ਅੱਛਾ। ਹਾਂਜੀ, ਵੱਡੇ ਪੱਧਰ ਤੇ ਦਵਾਈ ਆਉਣੀ ਇਹਨਾਂ ਦੀ ਜੀ। ਮੈਂ ਲਪੇਟਣਾ ਸ਼ੁਰੂ ਕਰਾਂ? ਲਪੇਟਣਾ ਨੇ, ਗਾਣਾ ਸੁਣਾਉਣਾ ਸ਼ੁਰੂ ਕਰੋ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਤੇ ਵੈਸੇ ਆਪਾਂ ਕਾਹਦੀ ਦਵਾਈ ਬਣਾ ਰਹੇ ਅੱਜ ਕੱਲ? ਆਪਾਂ ਕੀ ਹੈ ਇਹ ਨਾ, ਮੈਂ ਚਿੱਤ ਕੇ ਦਵਾਈ ਬਣਾਣੀ ਹੈ। ਹਾਂਜੀ, ਸੌਂਫ ਨਹੀਂ ਹੁੰਦੀ, ਸੌਂਫ। ਹਾਂ, ਮੂੰਹ ਚੰਗੋ ਜਣਾ ਮੂੰਹ ਵਿੱਚ ਚਿੱਥਣਾ। ਅੱਛਾ। ਮਰ ਕੋ ਚੱਥ ਲਿਆ, ਮਰ ਜਿਹੜੀ ਦਵਾਈ ਆ ਉਹਦੇ ਤੱਕ ਨਾ ਚੀ ਲੈ ਧੱਫੜਾਂ ਦੀ ਦਵਾਈ ਬਣਾ ਰਿਹਾ ਸੀ। ਹਾਏ ਹਾਏ, ਓਏ ਹੋਏ, ਜਿੱਡਾ ਮਰਜ਼ੀ ਵੱਡਾ ਧੱਫੜ ਹੋਵੇ, ਜਿੱਡਾ ਮਰਜ਼ੀ ਵੱਡਾ ਧੱਫੜ ਹੋਵੇ, ਚਾਹੇ ਚਪੇੜਾ ਨਾ ਪਏ ਹੁਣ ਤੇ ਚਾਹੇ ਕੋਈ ਭੁੰਡੀ ਲੜੀ ਹੋਵੇ, ਸਾਡੀ ਦਵਾਈ ਆ ਨਾ ਜਿਹੜੀ ਐਨ ਸਟੀਕ ਅਸਰ ਕਰੂਗੀ। ਵੈਸੇ ਗੱਲ ਕਵਾਂ, ਕਹਿ ਕੇ ਵੀ ਦੇਖੋ ਤਾਂ ਆ ਜਿਹੜੇ ਤੁਹਾਡੇ ਕਾਰਨਾਮੇ ਆ ਨਾ, ਇਹਨਾਂ ਕਰਕੇ ਤੁਹਾਨੂੰ ਲੱਫੜ ਦਾ ਪੈ ਸਕਦੇ ਆ, ਧੱਫੜਾਂ ਦਾ ਨਹੀਂ ਪਤਾ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ, ਤੇ ਗੱਲ ਕਰ ਰਹੇ ਅਸੀਂ ਇਸ ਜਨਾਬ ਦੇ ਨਾਲ ਜਿਨ੍ਹਾਂ ਨੇ ਆਪਣੀ ਨਵੀਂ ਦਵਾਈ ਬਣਾਈ ਆ। ਨਵੀਂ ਆਪਣੇ ਹਿਕਮਤ ਜੀ ਖੋਲ ਕੇ ਬਹਿ ਗਏ ਆ। ਖੋਜੀ ਨਵੀਆਂ ਕਿਸਮਾਂ ਅਸੀਂ ਖੋਜ ਰਹੇ ਆ। ਅੱਛਾ। ਹਾਂਜੀ। ਨਾ ਵੈਸੇ ਇੱਕ ਗੱਲ ਦੱਸੋ ਮੈਨੂੰ, ਆ ਜਿਹੜਾ ਨਵਾਂ ਤੁਸੀਂ ਡਰਾਮਾ ਫੜ ਹੀ ਲਿਆ ਆ ਬਾਈ ਦ ਵੇ, ਇਹ ਆਈਡੀਆ ਕਿੱਥੋਂ ਆਇਆ ਤੁਹਾਨੂੰ? ਔਨ ਦਾ ਵੇ ਹੈ। ਹਾਂਜੀ। ਬਾਈ ਦਾ ਵੇ ਤੇ ਔਨ ਦਾ ਵੇ ਕੀ ਮਤਲਬ? ਮਤਲਬ ਕਿ ਅਸੀਂ ਔਨ ਦਾ ਵੇ ਸੀ ਇੱਕ ਵਾਰ ਦਿੱਲੀ ਨੂੰ, ਉੱਥੇ ਇੱਕ ਨਵਾਂ ਵਿਆਹਿਆ ਜੋੜਾ ਜਾਵੇ, ਸਾਡੇ ਮੋਹਰੇ ਬੈਠਾ। ਅੱਛਾ। ਮੁੰਡਾ ਕਹਿੰਦਾ, ਹਾਏ ਡਾਰਲਿੰਗ ਸਿਰ ਬਹੁਤ ਦੁਖ ਰਿਹਾ। ਓਹੋ, ਫਿਰ ਕਹਿੰਦੇ ਹਟ ਗਿਆ ਮੇਰੀ ਜਾਨ ਦਾ, ਮੇਰੀ ਸੋਨਾ ਦਾ। ਅੱਛਾ। ਕਹਿੰਦਾ ਹਟ ਗਿਆ। ਇਹ ਤਾਂ ਚੋਚਲੇ ਆ, ਜੋ ਮਰਜੀ ਹੋਣ। ਉਸ ਤੋਂ ਬਾਅਦ ਕੀ ਹੋਇਆ? ਮੁੰਡਾ ਕਹਿੰਦਾ, ਜਾਨੂ ਮੇਰੀ ਬਾਂਹ ਬਹੁਤ ਦੁਖਦੀ, ਹਟ ਗਈ ਮੇਰੀ ਜਾਨੂ ਦੀ।
ਕਹਿੰਦਾ ਹਾਂ ਹੁਣ ਹਟ ਗਈ। ਮੈਂ ਕੋਲ ਬੈਠਾ ਤੇ ਮੈਂ ਉਹਨੂੰ ਪੁੱਛ ਬੈਠਾ ਕੀ ਭਲਾ? ਮੈਂ ਕਿਹਾ ਬੀਬੀ ਭਲਾ ਤੂੰ ਧੱਫੜਾਂ ਦਾ ਇਲਾਜ ਵੀ ਕਰ ਦਿੰਨੀ ਹੈ? ਅੱਛਾ। ਉਹ ਕਹਿੰਦੀ ਨਾ ਜੀ ਨਾ, ਮੇਰੇ ਕੋਲ ਇਹ ਇਲਾਜ ਤਾਂ ਹੈ ਨਹੀਂ। ਉਦੋਂ ਮੇਰੇ ਹਨਾ ਆ ਖੁੱਚ ਦੇ ਵਿੱਚ ਧੱਫੜ ਪਿਆ ਹੋਇਆ ਸੀਗਾ। ਇਸ ਘਟਨਾ ਤੋਂ ਤੁਹਾਨੂੰ ਆਈਡੀਆ ਆਇਆ ਕਿ ਕਿਉਂ ਨਾ ਮੈਂ ਵੀ ਕਰਕੇ ਤੇ ਆਪਣੇ ਸਾਰੇ ਦੁੱਖ ਤਕਲੀਫ ਲੋਕਾਂ ਦੇ ਦੂਰ ਕਰਦਾ। ਨੋ ਡਰਟੀ ਮਾਈਂਡ। ਹਾਂ ਨਾ 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 ਨਾ, ਮੈਂ ਤੇ ਆਪ ਆਪਣੇ ਆਪ ਬੜਾ ਪ੍ਰਭਾਵਿਤ ਹੋਇਆ ਉਸ ਕੁੜੀ ਤੋਂ। ਅੱਛਾ। ਹਾਂ ਤੇ ਫਿਰ ਮੈਂ ਘਰ ਆਣ ਕੇ ਬਹੁਤ ਸੋਚਿਆ। ਮੈਂ ਕੋਠੇ ਤੇ ਚੜਿਆ। ਹਾਂ ਕੋਠੀ ਛਾਲ ਮਾਰਨ ਦਾ ਇਰਾਦਾ? ਉਹ ਨਹੀਂ, ਮੈਂ ਚੰਨ ਤਾਰਿਆਂ ਦੇ ਨਾਲ ਗੱਲਾਂ ਕਰਦਾ ਹੁੰਦਾ ਰਾਤ ਨੂੰ। ਅੱਛਾ। ਹਾਂਜੀ। ਤੇ ਮੈਂ ਉੱਪਰ ਕੋਠੇ ਤੇ ਚੜਿਆ ਤਾਂ ਮੈਂ ਦੇਖਿਆ ਕਿ ਦੁਨੀਆ ਦੇ ਵਿੱਚ ਕਿੰਨੇ ਲੋਕਾਂ ਦੀਆਂ ਮੇਰੇ ਕੰਨਾਂ 'ਚ ਆਵਾਜ਼ਾਂ ਪਈਆਂ। ਹਾਏ ਧੱਫੜ, ਹਾਏ ਧੱਫੜ, ਹਾਏ ਧੱਫੜ। ਨਾ ਤੁਸੀਂ ਕੱਲੇ ਧੱਫੜਾਂ ਦੇ ਸਪੈਸ਼ਲਿਸਟ ਹੋ? ਹਾਂ ਮੈਂ ਧੱਫੜ ਸਪੈਸ਼ਲਿਸਟ ਹਾਂ। ਤੁਹਾਨੂੰ ਕੋਈ ਬਖਸ਼ਾ? ਹਾਂਜੀ। ਲਓ ਜੀ, ਫਿਰ ਮੇਰੇ ਕੰਨਾਂ ਦੇ ਵਿੱਚ ਆਵਾਜ਼ ਆਈ ਕਿ ਭਾਈ ਤੂੰ ਧੱਫੜਾਂ ਦੀ ਦਵਾਈ ਬਣਾ। ਇੱਕ ਮਿੰਟ, ਉਹ ਤੇ ਤੁਹਾਨੂੰ ਆਈਡੀਆ ਆ ਗਿਆ, ਪਰ ਜਿਹੜਾ ਤੁਹਾਡੀ ਖੱਚ 'ਚ ਧੱਫੜ ਸੀ ਉਹਦਾ ਕੀ ਬਣਿਆ? ਲੈ ਦੱਸ ਭਲਾ, ਜਿਹੜੇ ਲੋਕਾਂ ਦੇ ਧੱਫੜ ਠਾ ਸਕਦੇ ਆ ਆਪਣੇ ਨਹੀਂ ਠਾ ਸਕਦੇ। ਮਲਾਹ ਦੇ ਹੁੱਕੇ 'ਚ ਪਾਣੀ ਨਹੀਂ ਹੁੰਦਾ। ਪੰਜਾਬੀ ਰੇਡੀਓ ਯੂਐਸ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਵੈਸੇ ਮੈਂ ਇੱਕ ਗੱਲ ਸੁਣੀ ਸੀ ਤੁਹਾਡੇ ਬਾਰੇ, ਕਾਫੀ ਦੇਰ ਪਹਿਲਾਂ ਦੀ ਗੱਲ ਆ। ਉਦੋਂ ਵੀ ਤੁਸੀਂ ਇਦਾਂ ਦੀ ਕੋਈ ਦਵਾਈ ਜੀ ਬਣਾਈ ਸੀ ਤੇ ਬਾਅਦ ਚ ਮੂੰਹ ਦੀ ਖਾਈ ਸੀ, ਫਿਰ ਦੁਬਾਰਾ ਤੁਸੀਂ ਹੁਣ ਪ੍ਰਚਾਰ ਕਰ ਰਹੇ ਹੋ, ਪ੍ਰਸਾਰ ਕਰ ਰਹੇ ਹੋ। ਇਹ ਕਿਉਂ ਤੁਹਾਡੇ ਦਿਮਾਗ 'ਚ ਆਈ ਸੀ? ਉਹ ਦੇਖੋ, ਉਦੋਂ ਮੈਂ ਗਲਤੀ ਦੇ ਨਾਲ ਉਹ ਦਵਾਈ ਕਹਿ ਬੈਠੇ ਸਾਰੇ ਜਣੇ। ਅੱਛਾ। ਕਸੂਰ ਸਾਰਾ ਮੀਡੀਆ ਦਾ ਹੈ। ਹਾਂ, ਜਣਾ ਖਣਾ ਤਾਂ ਇੱਥੇ ਪੱਤਰਕਾਰ ਤੁਰਿਆ ਫਿਰਦਾ। ਅੱਛਾ। ਜਿਹੜੀ ਮੈਂ ਉਦੋਂ ਦਵਾਈ ਬਣਾਈ ਸੀ ਨਾ, ਤੇ ਦਵਾਈ ਮੈਂ ਇਹ ਕਿਹਾ ਸੀ ਕਿ ਜਿਹੜਾ ਬੰਦਾ ਲੰਗ ਮਾਰ ਕੇ ਚੱਲਦਾ ਹੋਵੇ, ਜਿਹੜਾ ਬੰਦੇ ਦੀ ਅੱਖ ਫੜਕਦੀ ਹੋਵੇ, ਜਿਹੜੇ ਬੰਦੇ ਦੀ ਕੀ ਕਹਿੰਦੇ ਆ ਲੱਤ ਉੱਚੀ ਨਹੀਂ ਵੀ ਹੋਵੇ, ਉਹਨੇ ਮੇਰੀ ਦਵਾਈ ਠੀਕ ਕਰ ਦਿੰਦੀ ਆ। ਅੱਛਾ। ਮੁੜ ਕੇ ਮੇਰੇ ਸਰਕਾਰ ਨਾਲ ਪੇਚਾ ਪੈ ਗਿਆ, ਮੈਨੂੰ ਲੈਣੇ ਤੇ ਦੇਣੇ ਪੈ ਗਏ। ਤਾਂ ਮੈਂ ਕਿਹਾ ਜੀ ਚਲੋ ਠੀਕ ਆ, ਜੇ ਦਵਾਈ ਨਹੀਂ ਤੇ ਫਿਰ ਸਖਤਾਈ ਨਹੀਂ, ਤੇ ਫਿਰ ਮੈਂ ਮਾਫੀ ਮੰਗੀ, 2-4 ਮਿੰਟਾਂ ਤਰਲੇ ਕੀਤੇ। ਤੇ ਉਸ ਤੋਂ ਬਾਅਦ ਫਿਰ ਮੈਂ ਸੋਚਿਆ, ਮੈਂ ਕਿਹਾ ਦਵਾਈ ਉਸ ਚੀਜ਼ ਦੀ ਬਣਾਈ ਜਾਵੇ ਕਿ ਜਿਹੜੀ ਕਿਸੇ ਨੇ ਨਾ ਬਣਾਈ ਹੋਵੇ। ਅੱਛਾ। ਸੋ ਫਿਰ ਦੈਟਸ ਵਾਈ ਆਈ ਐਮ ਗੋਇੰਗ ਔਨ ਵਰਕ ਮਾਈ ਦਿਸ ਧੱਫੜਸ। ਸੋ ਮਾਈ ਦਵਾਈ ਇਜ਼ ਵੈਰੀ ਕਾਰਗਰ। ਅੱਛਾ। ਐਂਡ ਮਾਈ ਦਵਾਈ ਖਾ ਕੇ ਮਰੀਜ਼ ਇਜ਼ ਵੈਰੀ ਪ੍ਰਸੰਨ ਐਂਡ ਹੋ ਗਈ ਧੰਨ ਧੰਨ। ਪੰਜਾਬੀ ਰੇਡੀਓ ਯੂਐਸ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਵੈਸੇ ਬਾਏ ਦਾ ਵੇ, ਇੰਨਾ ਦਿਮਾਗ ਲੈ ਕੇ ਕਿੱਥੋਂ ਆਉਂਦੇ ਹੋ? ਓ ਵੈਰੀ ਗੁੱਡ, ਵੈਰੀ ਨਾਈਸ ਕੁਐਸਚਨ। ਹੂ ਆਰ ਯੂ? ਰਮਨੀਕ ਕੌਰ। ਓਕੇ ਰਮਨੀਕ ਕੌਰ ਜੀ, ਬਹੁਤ ਅੱਛਾ ਸਵਾਲ ਤੁਸੀਂ ਪੁੱਛਿਆ। ਦਿਲ ਤੇ ਕਰਦਾ ਕਿ ਇਹਨੂੰ ਇਗਨੋਰ ਕਰਦੇ ਆ। ਅੱਛਾ। ਕਿਉਂਕਿ ਮੇਰੇ ਟੌਪਿਕ ਤੋਂ ਥੋੜਾ ਜਿਹਾ ਬਾਹਰ ਲਾਇਆ। ਓਹੋ। ਕਿ ਉਹਨਾਂ ਦਿਮਾਗ ਤੁਸੀਂ ਕਿੱਥੋਂ ਲੈ ਕੇ ਆਉਂਦੇ ਹੋ? ਹਾਂ। ਮੈਂ ਇੱਕ ਦਿਨ ਕੀ ਸੋਚਿਆ ਕਿ ਘਰੋਂ ਮੈਂ ਪਲਾਸਟਿਕ ਦਾ ਲਿਫਾਫਾ ਚੱਕਿਆ। ਅੱਛਾ। ਤੇ ਮੈਂ ਚਲਾ ਗਿਆ ਇੱਕ ਸਟੋਰ ਦੇ ਵਿੱਚ। ਸੁਪਰ ਸਟੋਰ ਉਹ ਆਪਣੇ ਆਪ ਨੂੰ ਕਹਿੰਦੇ, ਹੈ ਨਹੀਂ ਸੁਪਰ ਸਟੋਰ ਉਹਦਾ, ਵੈਸੇ ਹੈ ਤਾਂ ਛੋਟੀ ਜਿਹੀ ਦੁਕਾਨ ਹੀ ਹੈ, ਪਰ ਇਹਦੇ ਵੀ ਉਹ ਲਾਲੇ ਦੇ ਗੋਡੇ ਨਵੇਂ ਪਏ ਹੋਏ ਆ। ਉਹ ਤੁਰ ਫਿਰ ਨਹੀਂ ਸਕਦਾ। ਉਹ ਕਹਿੰਦਾ ਆਪੇ ਸਮਾਨ ਸਮੂਨ ਚੱਕ ਕੇ ਯਾਰ ਲੈ ਆਓ ਇੱਥੇ ਮੇਰੇ ਕੋਲ, ਮੈਂ ਰੇਟ ਲਾ ਦੂੰਗਾ। ਉਹ ਦੈਟਸ ਵਾਈ ਉਹ ਅਸੀਂ ਉਹਨੂੰ ਸੁਪਰ ਸਟੋਰ ਕਹਿੰਦੇ ਆ। ਤੇ ਉਸ ਸੁਪਰ ਸਟੋਰ ਦੇ ਵਿੱਚ ਮੈਂ ਗਿਆ ਲਿਫਾਫੇ ਦੇ ਵਿੱਚ, ਤੇ ਫਿਰ ਮੈਂ ਉਹਨੂੰ ਕਿਹਾ ਬਈ ਲਾਲਾ ਇਹਦੇ ਵਿੱਚ ਨਾ ਮੈਨੂੰ ਤੂੰ 3.25 ਕਿਲੋ ਦਿਮਾਗ ਪਾ ਦੇ। ਅੱਛਾ। ਤੇ ਫਿਰ ਉੱਥੋਂ ਦਿਮਾਗ ਲੈ ਕੇ ਆਇਆ, ਤੇ ਉੱਥੋਂ ਦਿਮਾਗ ਮਿਲਦਾ ਮੈਨੂੰ ਰੱਬ ਕੋਲੋਂ ਲੈ ਕੇ ਆਇਆ। ਅੱਛਾ। ਹਾਏ ਕਿੰਨਾ ਖਿੱਚ ਗਿਆ ਬੰਦਾ। ਪੰਜਾਬੀ ਰੇਡੀਓ ਯੂਐਸ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਯਾਰ ਖਿਜਾ ਨਾ, ਮੈਂ ਦੱਸ ਬਣਾ ਅਗੇ ਦਿਮਾਗ ਕਿੱਥੋਂ ਲੈ ਗਿਆ? ਉਹ ਜਿੱਥੋਂ ਬਾਕੀ ਲੈ ਕੇ ਆਉਂਦੇ ਆ ਮਾਂ ਦੇ ਪੇਟ ਦੇ ਵਿੱਚੋਂ। ਅੱਛਾ। ਸੁਗੜ ਸਿਆਣਾ ਸਮਝਦਾਰ ਵਿਦਵਾਨ ਉੱਗਾ ਵਿਗਿਆਨੀ ਜੰਮਿਆ। ਅੱਛਾ। ਹਾਂ ਨਾ ਮੇਰੀ ਗੱਲ ਸੁਣੋ, ਆਪਣੀ ਇਸ ਦਵਾਈ ਦੇ ਵਿੱਚ ਬਾਏ ਦ ਵੇ ਆ ਥੂ ਤੋਂ ਇਲਾਵਾ ਕੀ ਪਾਉਂਦੇ ਹੋ? ਵੈਰੀ ਗੁੱਡ ਕੁਐਸਚਨ। ਬਾਏ ਦ ਵੇ ਹੂ ਆਰ ਯੂ? ओहो रमनीक कौर यहाँ। ओके रमनीक कौर हूँ। हाँ जी जी। ਤੁਹਾਡਾ ਸਵਾਲ ਬਹੁਤ ਅੱਛਾ ਹੈ। ਹਾਂਜੀ ਜੀ ਤਾਂ ਕਰਦੇ ਇਗਨੋਰ ਕਰਦੇ ਆ। ਅੱਛਾ। ਪਰ ਕਰ ਨਹੀਂ ਸਕਦਾ ਕਿਉਂਕਿ ਮੇਰੇ ਟੌਪਿਕ ਦੇ ਨਾਲ ਮਿਲਦਾ ਜੁਲਦਾ ਸਵਾਲ ਹੈ। ਮਿਲਦਾ ਜੁਲਦਾ ਹੈ। ਹਾਂ। ਤੇ ਤੁਸੀਂ ਇਸ ਦਵਾਈ ਦੇ ਵਿੱਚ ਪਾਉਣੇ ਕੀ ਹੋ? ਹਾਂ। ਖਸ ਖਸ। ਹੈ
ਖਸਖਸ। ਅੱਛਾ, ਤੁਹਾਨੂੰ ਕੀ ਪਤਾ ਗਰੀਬਾਂ ਦੇ ਬੱਚੇ ਨੂੰ ਖਸਖਸ ਕੀ ਹੁੰਦੀ ਹੈ? ਜਿੱਦਾਂ ਹੁਣ ਤੁਸੀਂ ਬਹੁਤ ਮੋਟੇ, ਉਹ ਬਿਲਕੁਲ ਛੋਟੀ। ਅੱਛਾ, ਖਸਖਸ। ਉਸ ਤੋਂ ਬਾਅਦ ਆਪਾਂ ਲੈਣੇ ਹੈਗੇ ਆ ਕਾਜੂ 2 ਫਾੜ। ਅੱਛਾ, ਕਾਜੂ 4 ਫਾੜ, ਹਾਂ, ਕਾਜੂ 1 ਫਾੜ, ਹਾਂ, ਕਾਜੂ ਸਾਬਤ। ਅੱਛਾ, ਹਾਂਜੀ, ਸਾਰੇ ਕਾਜੂ ਇਕੱਠੇ ਕਰਨੇ। ਕਿਹੜੇ ਕਿਹੜੇ ਪਤਾ? ਕਾਜੂ 2 ਫਾੜ, 4 ਫਾੜ, ਅੱਗੋਂ ਕਿਹੜੇ ਫਾੜ? 1 ਫਾੜ। 1 ਫਾੜ ਤੇ ਬਸ ਇਕੱਠੇ ਇੱਕ ਸਾਬਤ ਕਾਜੂ। ਉਸ ਤੋਂ ਬਾਅਦ ਲੈਣੇ ਬਦਾਮ ਗਿਰੀ। ਓਕੇ। ਉਸ ਤੋਂ ਬਾਅਦ ਲੈਣੇ ਅਖਰੋਟ। ਅਖਰੋਟ ਲੈਣੇ ਦੂਸਰੇ, ਇਹ ਗਿਰੀ ਨਹੀਂ ਲੈਣੀ। ਹਾਂ, ਅਖਰੋਟ ਸਾਬਤ। ਅੱਛਾ, ਕਿਉਂਕਿ ਉਹ ਮੈਂ ਆਪ ਭੰਨਣੇ ਆ ਅੱਛਾ, ਬੁੱਲਾਂ ਨਾਲ। ਹੈ, ਕਿਉਂਕਿ ਫਿਰ ਉਹ ਅਖਾਣ ਝੁੱਟੀ ਹੋਣੀ ਨਾ ਜਸਵਿੰਦਰ ਭੱਲੇ ਵਾਲੀ, ਮੈਂ ਤਾਂ ਭਾਂਦੂ ਬੁੱਲਾਂ ਨਾਲ ਅਖਰੋਟ। ਉਹ ਆਈ ਸੀ, ਤੁਸੀਂ ਫਿਰ ਬੁੱਲਾ ਨਾ ਅਖਰੋਟ ਪੰਦੇ ਹੋ? ਹਾਂ, ਬੁੱਲਾਂ ਨਾਲ ਅਖਰੋਟ ਭੰਨਣਾ। ਉਸ ਤੋਂ ਬਾਅਦ ਫਿਰ ਮੈਂ ਉਹ ਅਖਰੋਟ ਖਾਣੇ ਆ। ਅੱਛਾ, ਹਾਂ, ਕਿਉਂਕਿ ਉਹਦੇ ਨਾਲ ਦਿਮਾਗ ਬਹੁਤ ਵੱਧਦਾ। ਅੱਛਾ, ਉਹ ਮੈਂ ਆਪਣੇ ਵਾਸਤੇ ਮੰਗਵਾਉਣਾ ਹੁੰਦਾ। ਅੱਛਾ, ਜੇ ਕਿਸੇ ਨੂੰ ਦਵਾਈ ਬਣਾਉਣੀ ਹੋਵੇ ਨਾ। ਹਾਂ, ਇਹ ਸਾਰੀ ਚੀਜ਼ਾਂ ਮੇਰੇ ਵਾਸਤੇ ਆ। ਮਤਲਬ ਕਾਜੂ 2 ਫਾੜ, 4 ਫਾੜ, 1 ਫਾੜ ਸਾਬਤ ਤੇ ਨਾਲੇ ਜਿਹੜੇ ਤੁਹਾਡੇ ਖਸਖਸ। ਆ ਖਸਖਸ। ਹਾਂਜੀ ਹਾਂਜੀ, ਇਹ ਸਾਰਾ ਕੁਝ ਤੁਹਾਡੇ ਲਈ। ਇਹ ਮੇਰੇ ਵਾਸਤੇ ਬਦਾਮ ਗਿਰੀ ਵੀ। ਗਾਂ ਦਾ ਦੁੱਧ ਵੀ ਹੋਣਾ? ਉਹ ਹਾਂ, ਪਰ ਉਹ ਗਾਂ ਦਾ ਦੁੱਧ ਹੋਣਾ ਚਾਹੀਦਾ ਦੇਸੀ ਦਾ। ਅੱਛਾ, ਉਹਨਾਂ ਦਿਮਾਗ ਬਹੁਤ ਵੱਧਦਾ। ਉਹ ਵੀ ਤੁਹਾਡੇ ਲਈ ਉਹ ਹੋਣਾ? ਮੇਰੇ ਵਾਸਤੇ। ਹੁਣ ਦਵਾਈ ਤੁਹਾਡੇ ਵਾਸਤੇ ਕਾਹਦੀ ਦੀ ਬਣਨੀ ਆ? ਕਾਹਦੀ ਬਣਨੀ? ਆ ਜਿਹੜਾ ਸਵਾਲ ਸੀ ਨਾ, ਆਪਾਂ ਹੁਣ ਉੱਤੇ ਹੋਣੇ ਆ। ਠੀਕ ਹੈ। ਇੰਨੀਆਂ ਸਾਰੀਆਂ ਚੀਜ਼ਾਂ ਨੂੰ ਮੈਂ ਨਾ ਕਰਕੇ ਮਿਕਸੀ ਦੇ ਵਿੱਚ ਮਿਕਸ ਤੇ ਖਾ ਪੀ ਕੇ ਐਨ ਚੰਗੀ ਤਰ੍ਹਾਂ ਮਾਰ ਕੇ ਫਿਰ ਮੈਂ ਦਵਾਈ ਬਣਾਉਣੀ ਆ। ਅੱਛਾ, ਫਿਰ ਮੈਂ ਦਵਾਈ ਬਣਾਉਣੀ। ਦਵਾਈ ਕਿੱਦਾਂ ਬਣਾਉਣੀ ਆ? ਹਾਂ, ਰਿੰਡ ਲੈਣੇ ਆ। ਰਿੰਡ। ਹਾਂ, ਅੱਕ ਦਾ ਲੈਣਾ ਮੈਂ ਇੱਕ ਪਤਾ। ਅੱਛਾ, ਫੇਰ ਮੈਂ ਲੈਣੀ ਆ ਨਿੰਮ। ਹਾਂ, ਫੇਰ ਮੈਂ ਲੈਣੀ ਆ ਬੇਰੀ ਨਹੀਂ ਹੁੰਦੀ, ਬੇਰੀ, ਹਾਂ, ਇਹ ਪਿੰਦੂ ਬੇਰ ਜਿਹਨੂੰ ਲੱਗਦੇ ਹੁੰਦੇ ਆ, ਉਹਦੇ ਪੱਤੇ ਲੈਣੇ ਆ। ਅੱਛਾ, ਫੇਰ ਇੱਕ ਨਾ ਆਪਣੇ ਹੁੰਦੇ ਆ ਘਾਹ ਜਿਹਾ ਹੁੰਦਾ ਹੈ, ਐਡਸਟ ਦੇ ਵਿੱਚ ਹੁੰਦਾ ਉਹ। ਅੱਛਾ, ਜਿਹੜੇ ਕਿਸਾਨੀ ਨਾਲ ਸੰਬੰਧਿਤ ਹੈ, ਜਿਹਨਾਂ ਦੇ ਪੱਠੇ ਪੁੱਠੇ ਵੱਡੇ ਆ ਨਾ। ਲੈਮਨ ਗ੍ਰਾਸ। ਉਹ ਪਤਾ ਨਹੀਂ ਮੈਨੂੰ ਕੀ ਹੁੰਦਾ ਯਾਰ, ਮੈਂ ਅੰਗਰੇਜ਼ੀ, ਮੈਂ ਕਿਹੜਾ ਪ੍ਰੋਫੈਸਰ ਲੱਗ ਰਿਹਾ, ਮੈਂ ਤਾਂ ਦਵਾਈਆਂ ਬਣਾਉਂਦਾ ਕੰਮ ਕਰਦਾ, ਆਪਣਾ ਸਾਡਾ ਹੋਏ ਹਿਕਮਤ ਦਾ ਕੰਮ ਆ। ਮੈਨੂੰ ਮੁੱਦੇ ਤੋਂ ਨਾ ਭਟਕਾਓ। ਹਾਂ, ਫਿਰ ਮੈਂ ਉਹ ਸਾਰੀਆਂ ਨਾ ਇਹਨਾਂ ਕੁੰਡੇ 'ਚ ਪਾ ਕੇ ਇਹਨਾਂ ਚੀਜ਼ਾਂ ਨੂੰ, ਕੁੰਡਾ ਲੈਣਾ ਆਪਾਂ ਤੇ ਨਾਲ ਲੈਣਾ ਘੋਟਣਾ। ਕੀ ਲੈਣਾ? ਕੁੰਡਾ ਤੇ ਘੋਟਣਾ। ਮਿਕਸੀ 'ਚ ਨਹੀਂ ਕਰਨਾ ਇਹੋ। ਹਾਂ, ਕੁੰਡਾ ਘੋਟਣਾ ਇੱਧਰ ਰੱਖਣਾ, ਇਹਨੂੰ ਘੋਟੀ ਜਾਣਾ, ਘੋਟੀ ਜਾਣਾ, ਘੋਟੀ ਜਾਣਾ। ਥੋੜਾ ਜਿਹਾ ਵਿੱਚ ਪਾਣੀ ਪਾਉਣਾ। ਪਾਣੀ ਕਿੰਨਾ ਪਾਉਣਾ? ਪਾਣੀ ਬਸ ਥੋੜਾ ਜਿਹਾ, ਮਾਮੂਲੀ ਵੀ, ਬਸ ਉਹਨੂੰ ਮਾੜੇ ਪੇਸਟ ਬਣਾਉਣਾ ਆਪਾਂ। ਉਹਨੂੰ ਘੋਟੀ ਜਾਣਾ, ਘੋਟੀ ਜਾਣਾ, ਘੋਟੀ ਜਾਣਾ। ਠੀਕ ਹੈ ਜੀ। ਘੋਟ ਘੋਟ ਕੇ ਨਾ ਉਹ ਜਦੋਂ ਪੇਸਟ ਜਿਹਾ ਬਣ ਜਾਣਾ, ਫਿਰ ਉਹਦੇ ਵਿੱਚ ਪਾਉਣਾ ਜੈਤੂਨ ਦਾ ਤੇਲ। ਅੱਛਾ, ਜੈਤੂਨ ਦਾ ਤੇਲ ਪਾ ਕੇ ਉਹਨੂੰ ਫਿਰ ਘੋਟਾ ਲਾਉਣਾ, ਉਹ ਪੇਸਟ ਬਣ ਜਾਣੀ। ਫਿਰ ਤੈਨੂੰ ਸਾਰਾ ਫਾਰਮੂਲਾ ਮੈਂ ਹੁਣੇ ਦੇ ਦਵਾਂ ਤੇ ਤੂੰ ਤੇ ਆਪ ਆਪਣੀ ਦੁਕਾਨ ਖੋਲ ਲਵੇਂ ਨਾ। ਆ ਕੀ ਗੱਲ ਹੋਈ? ਜਦ ਤੱਕ ਦੱਸੋਗੇ ਨਹੀਂ ਸਾਨੂੰ ਕਿੱਦਾਂ ਪਤਾ ਲੱਗੇਗਾ ਕਿ ਤੁਹਾਡੇ ਇੰਗਰੀਡੀਐਂਟਸ ਕੀ ਹੈ? ਰਿਸਰਚ ਪੇਪਰ ਵੀ ਤਾਂ ਦਿਖਾਣੇ ਹੁੰਦੇ ਆਫਟਰ ਆਲ। ਓਏ ਸੁਣਦਾ ਲੈ, ਕੋਈ ਪੇਪਰ ਪੂਪਰ ਦਿਖਾਉਣੇ? ਜਿਹੜੇ ਪੇਪਰ ਮੈਂ ਦਿਖਾਉਣੇ ਮੈਂ ਦਿਖਾਏ ਦੇਣੇ ਆ। ਅੱਛਾ, ਹਾਂ। ਜਦੋਂ ਮੈਂ ਦਵਾਈ ਤਿਆਰ ਕਰਕੇ ਤੁਹਾਡੇ ਘਰ ਆਉਣਾ ਹੈ, ਤੁਸੀਂ ਕੀ ਕਰਨਾ ਹੈ ਉਹ ਸੁਣੋ। ਦੱਸੋ ਫਿਰ। ਤੈਨੂੰ ਮੈਂ ਦੱਸਾਂ ਕਿ ਆਪਾਂ ਲੈਣਾ ਸਰੋਂ ਦਾ ਤੇਲ। ਓਕੇ। ਸਰੋਂ ਦੇ ਤੇਲ ਨੂੰ ਨਾ ਗਰਮ ਤੇ ਆਪਾਂ ਰੱਖ ਦੇਣਾ, ਗਰਮ ਹੋਣ ਲਈ ਅੱਗ ਤੇ ਹਾਈ ਫਲੇਮ ਤੇ। ਅੱਛਾ। ਤੇ ਤੇਲ ਜਦੋਂ ਕੁੜਬੁੜ ਕੁੜਬੁੜ ਕਰੇ, ਕੁੜਬੁੜ ਕੁੜਬੁੜ ਕਰੇ, ਕੁੜਬੁੜ ਕੁੜਬੁੜ ਕਰੇ, ਕੁੜਬੁੜ ਕੁੜਬੁੜ ਕਰੇ, ਬਸ ਕਰ ਲਈ ਉਹਨੇ। ਹਾਂ, ਉਦੋਂ ਵਿੱਚ ਤੁਸੀਂ ਆਪਣਾ ਸਮਾਨ ਨਾ ਇਕੱਠਾ ਕਰਨਾ। ਠੀਕ ਹੈ ਜੀ। ਬੇਸਨ ਲੈ ਲੈਣਾ, ਪਿਆਜ਼ ਲੈ ਲੈਣਾ, ਮਿਰਚਾਂ ਲੈ ਲੈਣੀਆਂ, ਅਦਰਕ ਲਸਣ ਪੇਸਟ ਲੈ ਲਓ, ਆਲੂ ਵੀ ਪਾ ਲਓ। ਸਬਜ਼ੀ ਬਣਾਉਣ ਲੱਗੇ ਹੋ? ਨੋ 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 ਨੋ। ਵਾਈ ਦਿਸ ਕੋਲਾਬਰੇਟੀ? ਫੇਰ ਕੀ ਕਰਨ ਲੱਗੇ? ਮੇਰੀ ਦਵਾਈ ਦੇ ਵਿੱਚ ਇਹ ਚੀਜ਼ਾਂ ਕੰਮ ਨਹੀਂ ਆਉਂਦੀਆਂ। ਠੀਕ ਹੈ ਜੀ। ਦਵਾਈ ਤਿਆਰ ਆ, ਬਿਲਕੁਲ ਤਿਆਰ ਆ ਕੁੰਡੇ ਦੇ ਵਿੱਚ। ਉਹ ਤੁਸੀਂ ਪਕੌੜੇ ਬਣਾਓ, ਪਕੌੜੇ ਬਣਾ ਕੇ ਮੈਨੂੰ ਸੱਦ ਲਓ। ਅੱਛਾ। ਮੈਂ ਕੁੰਡੇ ਵਾਲੀ ਦਵਾਈ ਚੱਕ ਕੇ ਤੁਹਾਡੇ ਕੋਲ ਆ ਜਾਣਾ, ਤੁਸੀਂ ਦਵਾਈ ਖਾਓ ਮੇਰੇ ਸਾਹਮਣੇ ਬੈਠ ਕੇ। ਅੱਛਾ। ਤੇ ਮੈਂ ਤੁਹਾਡੇ ਸਾਹਮਣੇ ਬੈਠ ਕੇ ਪਕੌੜੇ ਖਾਣੇ ਆ। ਠੀਕ ਆ ਜੀ। ਉਹ ਜੈਤੂਨ ਦਾ ਤੇਲ ਜਦੋਂ ਆਪਾਂ ਪਾ ਲੈਣਾ ਉਸ ਦਵਾਈ ਦੇ ਵਿੱਚ, ਐਨ ਪੇਸਟ ਜਿਹਾ ਬਣ ਜਾਣਾ। ਉਸ ਪੇਸਟ ਨੂੰ ਤਲੀ ਤੇ ਰੱਖ ਲਓ। ਕਿੱਥੇ ਰੱਖ ਲਓ? ਤਲੀ ਤੇ। ਹੱਥ ਪਹਿਲਾਂ ਸੈਨੀਟਾਈਜ਼ ਕੀਤੇ ਹੋਣੇ ਚਾਹੀਦੇ ਆ। ਓਹ ਅੱਛਾ। ਮੈਨੂੰ ਕਰੋਨਾ ਦਾ ਬਹੁਤ ਡਰ ਲੱਗਦਾ। ਹੱਥ ਤੇ ਪਾ ਕੇ ਦਵਾਈ ਤੇ ਆ 2 ਉਂਗਲਾਂ ਲੈਣੀਆਂ। ਕਿੰਨੀਆਂ? 2 ਉਂਗਲਾਂ। ਫਸਟ 2 ਫਿੰਗਰਸ। ਉਹਨੂੰ ਐ ਕਰਨਾ, ਏਦਾਂ ਕਰਨਾ। ਠੀਕ ਹੈ ਜੀ। ਮਤਲਬ ਉਹਨੂੰ ਮਿਕਸ ਕਰਨਾ, ਮਿਕਸ ਕਰ ਲੈਣਾ। ਠੀਕ ਹੈ ਨਾ। ਉਹਨੂੰ ਮਿਕਸ ਕਰਕੇ ਤੁਹਾਡੇ ਹੱਥਾਂ ਦੇ ਵਿੱਚ ਉਹ ਰਚ ਜਾਣਾ, ਚੰਗੀ ਤਰ੍ਹਾਂ ਰਚ ਜਾਣਾ। ਫਿਰ ਉਸਨੂੰ ਉਸੇ ਤਰ੍ਹਾਂ ਦੂਸਰੀ ਤਲੀ ਤੇ ਰੱਖ ਲਓ। ਫਿਰ ਉਸਨੂੰ ਇਦਾਂ ਐ ਕਰ ਲੈਣਾ, ਐ ਕਰਕੇ ਆਪਣੇ ਪੁੜਪੜੀਆਂ ਦੇ ਵਿੱਚ ਚਸਣੀਆਂ। ਅੱਛਾ। ਪੁੜਪੜੀਆਂ ਦੇ ਵਿੱਚ, ਇਹ ਨਹੀਂ ਵੀ ਜਿੱਥੇ ਧੱਫੜ ਹੋਵੇ ਉੱਥੇ ਹੀ। ਹਾਂ, ਪੁੜਪੜੀਆਂ ਦੇ ਵਿੱਚ ਤੁਸੀਂ ਚਸਣੀਆਂ। ਮੈਂ ਉਹੀ ਪੁੱਛਣ ਲੱਗੀ ਸੀ, ਧੱਫੜ ਕਿਤੇ ਵੀ ਹੋਵੇ, ਪੁੜਪੜੀਆਂ ਦਾ ਕੀ ਲੈਣਾ ਦੇਣਾ? ਆ ਜਿਹੜਾ ਸਵਾਲ ਆ ਨਾ, ਇਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਪਰ ਇਹਦਾ ਜਵਾਬ ਮੈਂ ਗਾਣੇ ਤੋਂ ਬਾਅਦ ਲਵਾਂ। ਲਓ ਜੀ, ਉਹ ਤੁਸੀਂ ਜਿਹੜਾ ਪੇਸਟ ਬਣਾਇਆ ਹੋਣਾ, ਕਿੱਥੇ ਝੱਸਣਾ ਪਹਿਲਾਂ?
ਪੁੜਪੜੀਆਂ ਦੀ। ਹਾਂ, ਵੈਰੀ ਗੁੱਡ, ਸਿਆਣੀ ਲੱਗਦੀ ਮੈਨੂੰ, ਵੈਰੀ 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 ਇੰਟੈਲੀਜੈਂਟ ਆ। ਅੱਛਾ। ਹਾਂ, ਤੇ ਪੁੜਪੜੀਆਂ ਦੇ ਵਿੱਚ ਤੁਸੀਂ ਝੱਸ ਲੈਣਾ ਨਾ, ਤੁਹਾਨੂੰ ਹੁਣ ਆਰਾਮ, ਹਾਂ, ਸਕੂਨ, ਬਿਲਕੁਲ। ਫਿਰ ਤੁਹਾਨੂੰ ਯਾਦ ਹੋਣਾ ਕਿ ਧੱਫੜਾਂ ਦੀ ਦਵਾਈ ਅੱਗ ਲਾਉਣੀ ਆ, ਤੁਸੀਂ ਕੀ ਲੈਣਾ ਪਰ ਧੱਫੜਾਂ ਦੀ ਦਵਾਈ ਦੇ ਕੋਲੋਂ ਹੈ। ਇਹਦੇ ਉੱਪਰ ਮੈਂ ਸੌਂਫ ਹਾਲੇ ਏਦਾਂ ਕਰ ਰਹੀ ਆ, ਏਦਾਂ ਕਰਨੀ ਆ ਹਾਲੇ। ਹੈ ਹਾਂ ਜੀ, ਮਤਲਬ ਤੁਹਾਡੇ ਕਹਿਣ ਦਾ ਇਹ ਕਿ ਤੁਸੀਂ ਉਹ ਤੋਂ ਤਫੜਾ ਤੋਂ ਧਿਆਨ ਹੀ ਭਟਕਾ ਦੇਣਾ। ਬਿਲਕੁਲ। ਦੇਖੋ ਤੁਹਾਡਾ ਸਿਰ ਦੁਖਦਾ ਹੋਵੇ, ਇੱਕ ਹਥੌੜੀ ਮੈਂ ਮਾਰਾਂ ਤੁਹਾਡੇ ਪੈਰ ਦੇ ਗੂਠੇ ਤੇ, ਦਰਦ ਕਿਹੜੀ ਚੀਜ਼ ਦਿਖਾਊਗੀ? ਜਿੱਥੇ ਥੋੜੀ ਵੱਜੀ ਆ। ਬਸ ਫਿਰ ਆਹ ਹੀ ਚੀਜ਼ ਆ, ਅਸੀਂ ਤੁਹਾਡਾ ਧਿਆਨ ਹੀ ਭਟਕਾਉਣਾ ਹੈ। ਧਿਆਨ ਭਟਕਾਉਣ ਦੇ ਲਈ ਸਾਡੇ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਬੈਠੀਆਂ ਤੇ ਜਿਹੜੀਆਂ ਕਹਿੰਦੀਆਂ ਕਿ ਅਸੀਂ ਤਾਂ ਐਂ ਕਰ ਦਾਂਗੇ, ਓਂ ਕਰ ਦਾਂਗੇ। ਏਦਾਂ ਹੀ ਮੇਰੇ ਵਾਂਗੂ ਹੀ ਕਿਸੇ ਨੇ ਹੋਰ ਨੇ ਵੀ ਦਵਾਈ ਤਿਆਰ ਕਰ ਲਈ ਆ। ਹੁਣ ਅਸੀਂ ਵੱਡੇ ਵੱਡੇ ਦੇਸ਼ਾਂ ਨੂੰ ਵੇਚਣੀ ਆ, ਕੈਨੇਡਾ ਵਾਲਿਆਂ ਨੂੰ ਵੀ ਪੁੱਛਣਾ ਸੀ ਵੀ ਮੰਨ ਲਓ ਪ੍ਰਧਾਨ ਮੰਤਰੀ ਸਾਹਿਬ ਲੈ ਲਓ ਸਾਡੇ ਕੋਲੋਂ ਦਵਾਈ। ਬਿਲਕੁਲ ਜੀ, ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਔਰ ਵੱਡੇ ਵੱਡੇ ਮੰਤਰੀਆਂ ਨੂੰ ਵੀ ਸੱਦਾ ਦਿੱਤਾ ਗਿਆ, ਰਿਸਰਚ ਪੇਪਰ ਵੀ ਕਹਿੰਦੇ ਦਿਖਾਏ ਨੇ। ਬਿਲਕੁਲ ਜੀ, ਔਰ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੇਂਦਰੀ ਮੰਤਰੀ ਜਿਹੜੇ ਸਿਹਤ ਮੰਤਰੀ ਹੈ ਡਾਕਟਰ ਹਰਸ਼ਵਰਧਨ ਜੀ ਤੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਨ ਗਡਕਰੀ ਵੀ ਮੌਜੂਦ ਸਨ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਰਾਮਦੇਵ ਨੇ ਪ੍ਰੈਸ ਕਾਨਫਰੰਸ ਕਰਕੇ ਕੋਰੋਨਾ ਵਾਇਰਸ ਦੀ ਇੱਕ ਨਵੀਂ ਦਵਾਈ ਜਿਹੜੀ ਲਾਂਚ ਕੀਤੀ ਹੈ। ਇਹ ਟੀਕਾ ਨਹੀਂ ਲੱਗਣਾ, ਇਹ ਹੁਣ ਤੁਹਾਨੂੰ ਗੋਲੀ ਖਿਲਾਈ ਜਾਊਗੀ ਔਰ ਇਹ ਕੋਵਿਡ-19 ਦਾ ਇਲਾਜ ਕਰੂਗੀ। ਓ ਅੱਛਾ, ਇੰਨਾ ਤਾਮਝਾਮ, ਇੰਨੀ ਤੁਸੀਂ ਭੂਮਿਕਾ ਬਣਾਈ ਇਸ ਦਵਾਈ ਦੇ ਲਈ ਬਣਾਈ ਸੀ? ਤੇ ਬਿਲਕੁਲ, ਜੇ ਬਾਕੀ ਬਣਾ ਸਕਦੇ ਤੇ ਵਾਈ ਨਾਟ ਮੀ? ਆਈ ਐਮ, ਤੈਨੂੰ ਪਤਾ, ਐਕਸਪਰਟ। ਅੱਛਾ, ਵੈਸੇ ਮੈਂ ਤੇ ਨਾਲੇ ਤੈਨੂੰ ਪਤਾ ਹੋਣਾ ਚਾਹੀਦਾ, ਆਈ ਐਮ ਆਥੋਰਾਈਜ਼ਡ ਗਵਾਂਢੀ ਆਫ ਇੱਕ ਹਕੀਮ। ਓਹ ਅੱਛਾ, ਹਾਂ, ਤੁਸੀਂ ਤਾਂ ਗਵਾਂਢੀ ਹੋਗੇ। ਮੈਂ ਸਾਡੇ ਗਵਾਂਢ ਦੇ ਵਿੱਚ ਹਕੀਮ ਰਹਿੰਦਾ ਸੀਗਾ। ਹਾਂ, ਸੋ ਉਹ ਜਦੋਂ ਵੀ ਕਿਤੇ ਕੁੰਡਾ ਘੋਟਣ ਦੇ ਨਾਲ ਦਵਾਈਆਂ ਰਗੜਦਾ ਹੁੰਦਾ ਸੀ ਨਾ, ਤੇ ਮੈਨੂੰ ਸੱਦ ਲੈਂਦਾ ਹੁੰਦਾ ਸੀ ਤੇ ਕਾਕਾ ਆ ਜਾ ਮੜੀ ਦਵਾਈ ਰਗੜਨੀ ਆ। ਸੋ ਵਾਈ ਨਾਟ ਮੀ? ਅੱਛਾ, ਵੈਸੇ ਮੈਨੂੰ ਇੱਕ ਗੱਲ ਦਾ ਸਮਝ ਨਹੀਂ ਆਈ ਵੀ ਇਹਨਾਂ ਨੇ ਤਾਂ ਪਹਿਲਾਂ ਵੀ ਦਵਾਈ ਲਾਂਚ ਕੀਤੀ ਸੀ, ਉਹ ਇੱਧਰ ਖੁਰਦ-ਬੁਰਦ ਹੋ ਗਈ, ਦੁਬਾਰਾ ਕਰਤੀ। ਕਰੋਨਾ ਕਿਟ ਸੀ ਜਿਹੜੀ। ਬਿਲਕੁਲ ਗਲਤ ਹੈ। ਉਹ ਦਵਾਈ ਸੀ ਇਮਿਊਨਿਟੀ ਬੂਸਟ ਕਰਨ ਦੇ ਲਈ। ਸਾਡੇ ਕੋਲ ਵੀ ਹੈਗੀ ਆ। ਹਾਂ, ਉਸ ਦਵਾਈ ਦੇ ਵਾਸਤੇ ਤੁਹਾਨੂੰ ਨਾ ਪਤਾ ਕੀ ਕਰਨਾ, ਅਖਰੋਟ 2 ਫਾੜ, 1 ਫਾੜ, 4 ਫਾੜ ਕਾਜੂ ਦੇਣੇ ਪੈਣਗੇ। ਬੁੱਲਾ ਨਾ ਤੁਸੀਂ ਅਖਰੋਟ ਫਾੜ ਲੋਗੇ, ਉਸ ਤੋਂ ਬਾਅਦ ਤੁਸੀਂ ਦੁੱਧ ਵੀ ਮੰਗੋਗੇ ਦੇਸੀ ਗਾਂ ਦਾ, ਉਹ ਪੀਓਗੇ ਤੁਸੀਂ, ਖਾਓਗੇ ਤੁਸੀਂ। ਇਧਰੋਂ ਚੰਗਾ ਮੈਂ ਆਪਣਾ ਇਲਾਜ ਆਪ ਹੀ ਕਰ ਲਾਂ। ਸੌਰੀ, ਬਿਲਕੁਲ ਇਹ ਚੀਜ਼ਾਂ ਮੈਂ ਨਹੀਂ ਮੰਗਾਂਗਾ, ਬਿਲਕੁਲ ਵੀ ਇਹ ਚੀਜ਼ਾਂ ਮੈਂ ਨਹੀਂ ਮੰਗਾਂਗਾ। ਫਿਰ ਜਿਹਨੇ ਆਪਣੀ ਇਮਿਊਨਿਟੀ ਬੂਸਟ ਕਰਨੀ ਹੈ, ਠੀਕ ਹੈ, ਉਹ ਮੈਨੂੰ ਦੱਸੇ, ਇਹ ਚੀਜ਼ਾਂ ਆਪ ਖਾਵੇ। ਅੱਛਾ, ਦੁੱਧ ਦੇ ਵਿੱਚ ਥੋੜੀ ਜਿਹੀ ਚੇਂਜ ਹੋਣੀ ਆ, ਵੀ ਦੁੱਧ ਗਾਂ ਦਾ ਨਹੀਂ ਲੈਣਾ, ਫਿਰ ਬੱਕਰੀ ਦਾ ਲੈ ਲਵੇ। ਅੱਛਾ, ਚਲੋ ਜੀ, ਕਹਿਣ ਦਾ ਮਤਲਬ ਇਹ ਹੈ ਕਿ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਹਾਂ, ਤੇ ਬਸ ਆਹੀ ਗੱਲ ਆ ਜੀ। ਲਓ ਜੀ, ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ ਤੇ ਵੈਸੇ ਇੱਕ ਗੱਲ ਤੈਨੂੰ ਮੈਂ ਹੋਰ ਦੱਸਾਂ। ਨਹੀਂ, ਮੈਂ ਇੰਟਰਸਟਿਡ ਨਹੀਂ ਆ। ਓਏ ਹੋਏ, ਸੁਣ ਲਾ, ਤੇਰੇ ਫਾਇਦੇ ਦੀ ਗੱਲ ਆ। ਕੀ ਭਲਾ? ਜਿਹੜੇ ਬੰਦੇ ਹੂੰ ਹਾਂ ਹਾਂਜੀ ਤੋਂ ਨਹੀਂ ਨਾ ਅੱਗੇ ਵੱਧ ਸਕੇ, ਦਵਾਈ ਉਹਨਾਂ ਵਾਸਤੇ ਵੀ ਹੈਗੀ ਹੈ। ਅੱਛਾ, ਹਾਂਜੀ। ਯੂ ਮੀਨ ਟੂ ਸੇ ਕਿ ਏਸ਼ੀਆ ਦੇ ਨੰਬਰ 1 ਐਂਕਰ ਬਣਨ ਦੇ ਲਈ। ਚਲੋ ਖੈਰ, ਮੈਂ ਪਤਾ ਮਾਣ ਹੀ ਨਹੀਂ ਕੀਤਾ, ਮੈਂ ਤਾਂ ਹੁਣ ਨਾ ਗੋਲੀਆਂ ਵਾਲਾ ਪਟਾ ਲੈ ਰਿਹਾ। ਅੱਛਾ, ਉਹ ਏਦਾਂ ਪਾ ਕੇ ਤੇ ਮੈਂ ਆਪਣੀ ਫੋਟੋ ਖਿਚਾਉਣੀ, ਖਾਨਦਾਨੀ ਹਕੀਮ। ਓਹ ਅੱਛਾ, ਹਾਂਜੀ। ਚਲੋ ਜੀ, ਇਹਨਾਂ ਦੇ ਮੁੰਗੇਰੀ ਲਾਲ ਕੇ ਹਸੀਨ ਸੁਪਨੇ ਇਹਨਾਂ ਨੂੰ ਮੁਬਾਰਕ। ਲੈਣੇ ਹੁਣ ਇਜਾਜ਼ਤ ਦਿਓ, ਇਜਾਜ਼ਤ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ। ਤੇ ਇਸੇ ਤਰ੍ਹਾਂ ਤੁਸੀਂ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼, ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ USA।